ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਇੰਟਰਨੈਸ਼ਨਲ ਸਟੱਡੀ ਮੁਤਾਬਕ ਭਾਰਤ ਵਿੱਚ 1% ਲੋਕਾਂ ਕੋਲ ਭਾਰਤ ਦੀ ਕੁੱਲ ਦੌਲਤ ਦਾ 40% ਹਿੱਸਾ ਹੈ। ਸੋ ਇਹੀ ਕਾਰਨ ਹੈ ਕਿ ਭਾਰਤ ਵਿੱਚ ਇਸ ਵੇਲੇ 80 ਕਰੋੜ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ। ਇਹੀ ਵਿਸ਼ਵ ਗੁਰੂ ਭਾਰਤ ਦੀ ਜਿਹੜੀ ਅਸਲੀਅਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਔਰ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਨੂੰ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਵਿਸ਼ਵ ਗੁਰੂ ਬਾਰੇ, ਅੱਜ ਦੇ ਵਿਸ਼ਵ ਗੁਰੂ ਬਾਰੇ? देखो, विश्व गुरु तो वाकई ने ये कोई शक नहीं है और ये वक्री कहानी है कि किहड़े महकमे च विश्व गुरु ने, कोड़ियां च ने कि टीवी वालियां च ने कि अन्नियां च ने कि सब तो ज़्यादा भुख नंग च ने और हर पासे विश्व गुरु ने, सवाए इसदे कि जे कहना होए भी जिथे एक पासे असी कंपैशन और दया की गल करते हैं। बहुत वार ਜਦੋਂ ਅਸੀਂ ਗੁਰਬਾਣੀ ਦੀ ਇਹ ਤੁਕ ਪੜ੍ਹਦੇ ਹਾਂ ਕਿ ਧੌਲ ਧਰਮ ਦਇਆ ਕਾ ਪੂਤ, ਹੁਣ ਕਿ ਵੀ ਇਹ ਜਿਹੜਾ ਹਿੰਦੂਆਂ ਦਾ ਵਿਸ਼ਵਾਸ ਇਹਨਾਂ ਨੇ ਲੋਕਾਂ 'ਚ ਪ੍ਰਚਾਰਿਆ ਹੋਇਆ ਸੀ ਕਿ ਧਰਤੀ ਜਿਹੜੀ ਹੈ ਉਹ ਬੌਲਦ ਦੇ ਸਿੰਘਾਂ ਦੇ ਉੱਤੇ ਖੜੀ ਹੈ ਔਰ ਜਦੋਂ ਸਿੰਘ ਇੱਕ ਤੋਂ ਦੂਜਾ ਬਦਲਦਾ ਉਦੋਂ ਭੁਚਾਲ ਆਉਂਦੇ ਨੇ। ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਜਿਹੜੀ ਇਹ ਧਰਤੀ ਹੈ ਇਹ ਧਰਮ ਨਾਲ ਜੁੜੀ ਹੋਈ ਹੈ, ਰਾਈਟੀਅਸਨੈਸ ਨਾਲ ਜੁੜੀ ਹੋਈ ਹੈ ਤੇ ਧਰਮ ਜਿਹੜੀ ਹੈ ਉਹ ਦਇਆ ਦਾ ਪੁੱਤਰ ਹੈ, ਕੰਪੈਸ਼ਨ। ਕਿ ਜੇ ਦਇਆ ਨਹੀਂ ਹੈ, ਕੰਪੈਸ਼ਨ ਨਹੀਂ ਹੈ, ਕਿਸੇ ਦੀ ਪੀੜ ਨੂੰ ਤੁਸੀਂ ਮਹਿਸੂਸ ਨਹੀਂ ਕਰਦੇ ਤੇ ਫਿਰ ਧਰਮ ਫਰਾਡ ਹੈ, ਉਹ ਕੁਛ ਨਹੀਂ ਹੈ, ਉਹ ਬੇਮਤਲਬ ਹੈ ਜੀ। ਹੁਣ ਇੱਕ ਪਾਸੇ ਜਿਹੜੇ ਲੋਕ ਉਹਨਾਂ ਨੇ ਇੱਕ ਵੱਡੇ ਹਿੱਸੇ ਨੂੰ ਤਾਂ ਜਾਤ ਪਾਤ ਦੀ ਮਾਰ ਥੱਲੇ ਸ਼ੂਦਰ ਬਣਾ ਕੇ ਕਾਰਨਰ ਕੀਤਾ, ਉਹਨਾਂ ਨੂੰ ਕਰਮਾਂ ਦੀ ਖੇਡ 'ਚ ਪਾਇਆ ਹੋਇਆ ਕਿ ਜੇ ਤੁਸੀਂ ਗਰੀਬ ਹੋ, ਤੁਹਾਨੂੰ ਬਿਮਾਰੀ ਹੈ ਜਾਂ ਦਲਿੱਦਰ ਹੈ, ਤੁਹਾਡਾ ਦੇਵਤਾ ਦਰਿਦਰ ਨਾਰਾਇਣ ਹੈ ਕਿਉਂਕਿ ਤੁਸੀਂ ਇਹ ਡਿਜ਼ਰਵ ਕਰਦੇ ਹੋ, ਤੁਹਾਡੇ ਕਰਮ ਤੁਸੀਂ ਮਾੜੇ ਕੀਤੇ ਤੇ ਮਾੜੇ ਕਰਮਾਂ ਦਾ ਫਲ ਹੈ। ਔਰ ਦੂਸਰੇ ਇੱਕ ਉਹਨਾਂ ਦਾ ਤਬਕਾ ਇਸ ਦੇ ਉੱਤੇ ਲੱਗਾ ਹੋਇਆ ਕਿ ਜੀ ਇਹ ਦੁਨੀਆ ਜੋ ਹੈ ਸਭ ਮਾਇਆ ਹੈ, ਇਹ ਛਲ ਹੈ ਔਰ ਮਾਇਆ 'ਚੋਂ ਕੁਛ ਨਹੀਂ ਨਿਕਲਦਾ। ਅਲਟੀਮੇਟਲੀ ਜਿਹੜੀ ਹੈ ਜ਼ਿੰਦਗੀ ਤਾਂ ਰਾਮ ਨਾਮ ਜਪਣ ਦੇ ਨਾਲ ਹੈ ਤੇ ਮਾਇਆ ਆਪਣੀ ਸਾਨੂੰ ਦੇ ਦਿਓ ਤੇ ਤੁਸੀਂ ਜਾ ਕੇ ਜਿਹੜਾ ਛੰਛਣੇ ਵਜਾਓ, ਹੈ ਉਹ ਵਜਾਓ, ਟੱਲੀਆਂ ਵਜਾਓ, ਇੱਕ ਉਸ ਪਾਸੇ ਨੂੰ ਲਾਏ ਹੋਏ ਨੇ। ਔਰ ਕਿਸ ਚਲਾਕੀ ਦੇ ਨਾਲ ਇਹਨਾਂ ਨੇ, ਜਿਨ੍ਹਾਂ ਦੇ ਕੋਲ ਹੁਣ ਹਕੂਮਤ ਹੈ ਪਿਛਲੇ 10 ਸਾਲ 'ਚ ਖਾਸ ਤੌਰ 'ਤੇ, ਕਿਸ ਚਲਾਕੀ ਦੇ ਨਾਲ ਜਿਹੜੀ ਵੈਲਥ ਹੈ, ਧਨ ਹੈ, ਉਹ ਐਕੋਮੂਲੇਟ ਹੋ ਕੇ ਇੱਕ ਖਾਸ ਤਬਕੇ ਦੇ ਹੱਥਾਂ 'ਚ ਦਿੱਤਾ ਜਾ ਰਿਹਾ। ਇਸ ਵੇਲੇ ਦੁਨੀਆ ਦੇ ਵਿੱਚ 150 ਜਾਂ ਪੌਣੇ 200 ਜਿਹੜੇ ਬਿਲੀਅਨਰ ਨੇ ਉਹ ਭਾਰਤ ਦੇ ਵਿੱਚ ਨੇ ਕਿ ਜਿੱਥੇ ਇੰਨੇ ਲੋਕ, ਇਹ ਉਹ ਬਿਲੀਅਨਰ ਉਹ ਨੇ ਜਿਨ੍ਹਾਂ ਕੋਲ $1 ਬਿਲੀਅਨ, ਰੁਪਈਏ ਨਹੀਂ, $1 ਬਿਲੀਅਨ ਤੋਂ ਜ਼ਿਆਦਾ ਦੀ ਦੌਲਤ ਹੈ। ਔਰ ਇਹ ਰਿਪੋਰਟ ਅਸੀਂ ਕੋਈ ਘਰੋਂ ਨਹੀਂ ਘੜੀ ਹੈ, ਟ੍ਰਿਬਿਊਨ ਨੇ ਹੀ ਦਿੱਤੀ ਹੈ। ਇਨਇਕੁਆਲਿਟੀ ਸੋਰਿੰਗ 1% population in India holds 40% wealth, finds study। ਹੁਣ ਇਹ ਸਟੱਡੀ ਜਿਹੜੀ ਹੈ ਉਹਨਾਂ ਨੇ ਕੀਤੀ, ਦਾ ਪੇਪਰ ਟਾਈਟਲਡ ਇਨਕਮ ਐਂਡ ਵੈਲਥ ਇਨਕੁਆਇਰੀ ਇਨ ਇੰਡੀਆ 1922 to 23 ਦਾ ਰਾਈਜ਼ ਆਫ ਬਿਲੀਅਨਰ ਰਾਜ। ਇਹ ਉਸ ਜਿਹੜੀ ਸਟੱਡੀ ਹੈ ਉਹਦਾ ਨਾਂ ਹੈ ਔਰ ਪੋਸਟ ਇੰਡੀਪੈਂਡੈਂਸ ਪੀਰੀਅਡ ਦੇ ਉੱਤੇ ਜ਼ਿਆਦਾ ਫੋਕਸ ਹੈ ਕਿ 1980s ਤੋਂ ਲੈ ਕੇ ਹੁਣ ਤੱਕ ਕੀ ਹੈ। ਇਨਕਮ ਡਿਸਪੈਰਿਟੀ ਇਨ ਇੰਡੀਆ ਵੈਰੀ ਹਾਈ ਇਨ ਦਾ ਵਰਲਡ, ਹਾਇਰ ਦੈਨ ਸਾਊਥ ਅਫਰੀਕਾ, ਬ੍ਰਾਜ਼ੀਲ, US। ਈਵਨ ਅਮਰੀਕਾ 'ਚ ਵੀ ਅਮੀਰ ਔਰ ਗਰੀਬ 'ਚ ਇੰਨਾ ਫਰਕ ਨਹੀਂ ਹੈਗਾ, ਹਾਲਾਂਕਿ ਕੈਪੀਟਲਿਸਟ ਸੋਸਾਇਟੀ ਹੈ ਅਮਰੀਕਾ। ਸਾਊਥ ਅਫਰੀਕਾ 'ਚ ਵੀ ਰਹਿੰਦਾ। ਨੰਬਰ ਆਫ ਇੰਡੀਅਨਸ ਵਿਦ ਨੈਟ ਵੈਲਥ exceeding $1 billion went up from 1 in 1991 to 162 in 2022। 1991 ਦੇ ਵਿੱਚ ਭਾਰਤ ਦੇ ਵਿੱਚ ਸਿਰਫ ਇੱਕ ਬੰਦਾ ਸੀ ਜਿਹਦੇ ਕੋਲ $1 ਬਿਲੀਅਨ ਤੋਂ ਜ਼ਿਆਦਾ ਸੀ 1991 'ਚ। ਇਸ ਵੇਲੇ ਭਾਰਤ ਦੇ ਵਿੱਚ 2022 ਤੱਕ ਪਹੁੰਚਦੇ 162 ਲੋਕ ਐਸੇ ਨੇ ਜਿਹੜੇ ਬਿਲੀਅਨਰ ਨੇ। ਇਹ ਸਭ ਇਹਨਾਂ ਨੂੰ ਅੰਬਾਨੀਆਂ, ਅਡਾਨੀਆਂ ਔਰ ਕਿੰਨੇ ਉਹ ਜਿਹੜੇ ਲੈ ਲੈ ਕੇ ਦੌੜੇ ਹੋਏ ਨੇ ਟੈਕਸ ਮਾਫੀ। ਉਹੀ ਗਰੀਬ ਕਿਸਾਨ ਕਹਿੰਦਾ ਟੈਕਸ ਮਾਫ ਕਰ ਦਿਓ ਤੇ ਉਹ ਚੁੱਕ ਕੇ ਉਹਨਾਂ ਦੇ ਉੱਤੇ ਉਹ ਜਿਹੜੇ ਨੇ ਉਹ ਗੋਲੇ ਵਰਸਾਏ ਹੁੰਦੇ ਨੇ, ਟੀਅਰ ਗੈਸ ਸ਼ੈਲ ਦੇ ਔਰ ਲਾਈਵ ਐਮਨੀਸ਼ਨ ਦੇ। ਔਰ ਫਿਰ ਅੱਗੇ ਉਹਦੀ ਫਰਦਰ ਡੀਟੇਲ ਹੈ ਕਿ ਵੀ ਇਸ ਬਿਲੀਅਨਰ ਰਾਜ ਦੇ ਵਿੱਚ ਕਿੰਨਿਆਂ ਦੇ ਕੋਲ ਕੀ ਹੈ। ਲੇਕਿਨ ਇੰਨੇ ਤੋਂ ਸਮਝਣਾ ਸੌਖਾ ਹੈ
ਕਿ 1991 ਦੇ ਵਿੱਚ ਭਾਰਤ ਦੇ ਵਿੱਚ ਸਿਰਫ ਇੱਕ ਬੰਦਾ ਸੀ ਜਿਹਦੇ ਕੋਲ $1 ਬਿਲੀਅਨ ਤੋਂ ਜ਼ਿਆਦਾ ਦੀ ਦੌਲਤ ਸੀ। ਅੱਜ 162 ਨੇ ਔਰ 40% ਭਾਰਤ ਦੀ ਦੌਲਤ 1% ਲੋਕਾਂ ਕੋਲ ਹੈ। ਹੁਣ ਇਹ ਇਹਨਾਂ ਦੀ ਰਿਪੋਰਟਿੰਗ ਹੈ। ਹੁਣ ਕਿੰਨੇ ਕੁ ਭਾਰਤ ਦੇ ਲੋਕ ਖੁਸ਼ ਨੇ? ਵਿਸ਼ਵ ਗੁਰੂ ਭਾਰਤ ਦੇ ਥੱਲੇ ਇੱਕ ਗਲੋਬਲ ਹੈਪੀਨੈਸ ਇੰਡੈਕਸ ਆਉਂਦਾ ਹੈ। ਇੰਡੀਆ ਰੈਂਕਸ 126th out of 143 nations on global happiness index। 193 ਦੇਸ਼ਾਂ 'ਚੋਂ ਭਾਰਤ ਸ਼ਰਮਨਾਕ 126ਵੇਂ ਮੁਲਕ 'ਤੇ ਹੈ। ਹੁਣ ਜਿੱਥੇ 80 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਦੇ ਲਈ ਲਾਈਨ 'ਚ ਲੱਗਣਾ ਪੈਂਦਾ ਹੈ, ਜਿਹੜਾ ਉਹਨਾਂ ਨੂੰ ਮੁਫਤ ਦਿੰਦੀ ਹੈ ਸਰਕਾਰ, ਤੇ ਉੱਥੇ ਤੁਸੀਂ ਹੈਪੀਨੈਸ ਕਿੱਥੇ ਲੱਭੋਗੇ? ਖੜਕਾਈ ਜਾਓ, ਛੈਣੇ ਢੋਲਕੀਆਂ ਕਹੀ ਜਾਓ ਜੀ ਰਾਮ ਜੀ ਆ ਗਏ, ਰਾਮ ਜੀ ਆਏਂਗੇ, ਰਾਮ ਮੇਰੇ ਅੰਗਨਾ ਆ ਗਏ, ਪਰ ਰਾਮ ਨੇ ਭੁੱਖ ਨੰਗ ਤਾਂ ਨਹੀਂ ਉਹ ਮੰਦਰ ਨੇ ਦੂਰ ਕੀਤੀ ਕਿ ਮੰਦਰ ਬਣ ਗਿਆ ਜਾਂ ਦੂਜਾ ਹੋ ਕੀ ਰਿਹਾ? ਜੋ ਵਡਭਾਗ ਸਿੰਘਿਆਂ ਦਾ ਡੇਰਾ ਹੈ ਉੱਥੇ ਕੀ ਊਨੇ ਦੇ ਵਿੱਚ, ਉੱਥੇ ਉਹ ਭੂਤ ਪਾਤ ਕੱਢਣ ਦੇ ਨਾਂ ਥੱਲੇ ਸਿਰ ਸੁਰ ਮਾਰਦੇ ਨੇ। ਉਹ ਲੈਂਡ ਸ਼ੇਕ ਹੋਈ ਕਿਤੇ, ਪੱਥਰ ਆਏ, ਲੋਕ ਇੱਕ ਦੂਜੇ 'ਚ ਹੀ ਵੱਜੇ, 2-4 ਮਰ ਗਏ, ਪਤਾ ਨਹੀਂ 12-14 ਜ਼ਖਮੀ ਨੇ। ਉਜੈਨ ਦੇ ਇੱਕ ਮੰਦਰ ਦੇ ਵਿੱਚ ਪਤਾ ਨਹੀਂ ਉਹ ਹੋਲੀ ਦੇ ਥੱਲੇ ਉਹ ਘੁਮਾਉਣ ਲੱਗੇ ਥਾਲ, ਉਹਦੇ 'ਚੋਂ ਕੋਈ ਗੁਲਾਲ ਨਿਕਲਿਆ, 15 ਕੇ ਕਿੰਨੇ ਪੁਜਾਰੀ ਸੜ ਗਏ ਅੰਦਰ। ਸੋ ਮਤਲਬ ਇਹ ਹੈ ਵੀ ਚੱਲ ਇਹ ਰਿਹਾ, ਲੇਕਿਨ ਇਹਨਾਂ ਦਾ ਹਾਲ ਇਹ ਹੈ। ਫਿਰ ਇਕੱਲਾ ਇਹੀ ਨਹੀਂ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਕਿ ਕਿਵੇਂ ਜਿਹੜਾ ਟਾਰਗੇਟ ਸੀ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਵੀ ਟੀਬੀ ਨੂੰ ਖਤਮ ਕਰਨਾ ਹੈ, ਇੰਡੀਆ ਫੇਲਡ ਟੂ ਮੀਟ ਵਰਲਡ ਹੈਲਥ ਆਰਗੇਨਾਈਜੇਸ਼ਨਸ ਐਂਡ ਟੀਬੀ ਮਾਈਲਸਟੋਨ 2020 ਲੈਂਸੈਟ ਸਟੱਡੀ। ਇਹ ਪੂਰੀ ਡੀਟੇਲ ਹੈ ਕਿ ਭਾਈ ਇੰਡੀਆ ਦੇ ਵਿੱਚ ਅਜੇ ਵੀ ਉੱਥੇ ਕਿੰਨੇ ਲੋਕ ਟੀਬੀ ਨਾਲ ਮਰ ਰਹੇ ਨੇ, ਕਿੰਨੇ ਹੈਜ਼ੇ ਨਾਲ ਮਰ ਰਹੇ ਨੇ। ਮੱਛਰ ਦੀ ਪੂਛ ਜਿਹਨੇ ਦੰਦੀ ਵੱਢਣੀ ਹੈ ਹਰ ਸਾਲ 1 ਇੰਚ ਲੰਬੀ ਹੋ ਜਾਂਦੀ ਹੈ। ਹਾਂਜੀ, ਜਿਹੜਾ DDT ਜਾਂ ਦੂਜਾ ਛਿੜਕਦਾ ਸੀ ਉਹ ਮੱਛਰ ਖਾਣ ਲੱਗ ਗਏ। ਸਭ ਕੁਝ ਤਾਂ ਜਲ ਹੀ ਹੈ। ਉਹ ਐਵੇਂ ਨਹੀਂ ਕਿਸੇ ਨੇ ਕਿਹਾ ਸੀ ਕਿ ਵੀ ਇਹ ਸੱਜਣਾ ਤੂੰ ਜ਼ਹਿਰ ਖਾ ਕੇ ਮਰ ਨਹੀਂ ਸਕਦਾ, ਇਸ ਨਗਰੀ ਦੇ ਤਾਂ ਜ਼ਹਿਰ ਵਿੱਚ ਵੀ ਮਿਲਾਵਟ ਹੈ। ਹਾਲਾਤ ਇਹ ਨੇ। ਹੁਣ ਤੁਹਾਡੇ ਹਵਾਲੇ ਜੀ। ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਹੁਣ ਆਪਾਂ ਆਪਣੇ ਵਿਊਅਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਹਰਜੋਤ ਮਾਲ ਜੀ ਫਤਿਹ ਬੁਲਾਉਂਦੇ, ਹਰਮਨ ਪੰਨੂ ਜੀ ਪਿੰਡ ਲੋਇਕਾ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ, ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ, ਜਸਵਿੰਦਰ ਗਿੱਲ ਜੀ, ਫਿਰ ਇਸੇ ਤਰ੍ਹਾਂ ਸੁਖਦੇਵ ਸਿੰਘ ਜੀ, ਫਿਰ ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਔਰ ਸਿੰਘ ਗਰਚਾ ਜੀ, ਫਿਰ ਕੈਨੇਡਾ ਰਿਊਨਲ ਐਨਰਜੀ ਜੀ, ਇਹ ਵੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਗੁਰਪਾਲ ਸਿੰਘ ਜੀ, ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ ਖੁਸ਼ ਕੇ ਕਹਿੰਦੇ ਨੇ ਕਿ ਵਾਈ ਸਿੱਖਸ ਡੋਂਟ ਫੋਲੋ ਦੇਅਰ ਕੈਲੰਡਰ, someone who spent 40 years of their life on that calendar, there must be logic to it. Let the Hindu follow their dates. We should have our one fixed date. ਕੱਲਾ ਇਹੀ ਨਹੀਂ, ਕੈਲੰਡਰ ਤਾਂ 10 ਸਾਲ ਫੋਲੋ ਕੀਤਾ ਹੈ, ਪਰ ਫਿਰ RSS ਨੇ ਬਾਦਲ ਕਿਆਂ ਰਾਹੀਂ ਉਸ ਦੇ ਸੋਧ ਦੇ ਨਾਂ ਥੱਲੇ ਉਹਦਾ ਹਿੰਦੂਕਰਨ ਕਰਤਾ। ਹੁਣ ਨਾ ਸਿਰਫ ਨਾਨਕਸ਼ਾਹੀ ਕੈਲੰਡਰ ਹੈ, ਬਿਗਨਿੰਗ ਡੇਟ ਜ਼ਰੂਰ 14 ਮਾਰਚ ਪਹਿਲੀ ਚੇਤ ਦੀ ਕਾਮਨ ਹੈ, ਪਰ ਬਾਕੀ ਸਾਰਾ ਉਹ ਹਿੰਦੂ ਕੈਲੰਡਰ ਹੀ ਹੈ। ਨਿਹੰਗ ਸਿੰਘ ਜੀ ਅਮੇਜ਼ਿੰਗ ਐਕਸਪਲੇਨਿੰਗ ਆਫ ਹੋਲਾ ਮਹੱਲਾ, ਐਪਰੀਸ਼ੀਏਸ਼ਨ ਫॉर ਦਿਸ ਕਾਈਂਡਨੈਸ ਐਂਡ ਖੁਸ਼ਕੇ ਕਹਿੰਦੇ ਆਈ ਮੀਨ ਟੂ ਸੇ ਨਾਨਕ ਸ਼ਾਹੀ ਕੈਲੰਡਰਸ। ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਕਿਆ ਬਾਤ ਹੈ ਭਾਈ ਸਾਹਿਬ, ਭਾਈ ਗਜਿੰਦਰ ਸਿੰਘ ਇਜ਼ ਆਲਵੇਜ਼ ਏ ਗ੍ਰੇਟ ਪਰਸਨ। ਸੁਰਮੁਖ ਮੁੰਦਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸਤਨਾਮ ਔਜਲਾ ਜੀ ਵੀ ਫਤਿਹ ਬੁਲਾਉਂਦੇ, ਸੁਰਜੀਤ ਸਿੰਘ ਜੀ ਫਤਿਹ ਐਂਡ ਅਮਰਿੰਦਰ ਸਿੰਘ ਜੀ। ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਪਰਹੈਪਸ ਫਰੋਮ ਦਾ time of Mr. Obama, I think US surface saying that things. ਅਮਰਿੰਦਰ ਸਿੰਘ ਜੀ ਹਾਂ, ਪਿਛਲੇ 4 ਸਾਲ ਤੋਂ ਜਿਹੜੀ ਉਹਨਾਂ ਦੀ US ਕੰਟਰੀ ਆਫ ਪਾਰਟਿਕੂਲਰ ਕੰਸਰਨ ਕਹਿ ਰਹੇ। ਹਾਂਜੀ, ਸੇਮ ਹੈ। ਪਾਲ ਸਿੰਘ ਗਰੇਵਾਲ ਜੀ ਵੀ ਹਨ, ਗੁਰਮੁਖ ਸਿੰਘ ਗੁਰਮੁਖ ਜੀ ਵੀ ਫਤਿਹ ਬੁਲਾਉਂਦੇ, ਕੁਲਦੀਪ ਕੌਰ ਪੰਜਾਬ ਹਾਲ ਖਾਲਸਾ ਜ਼ਿੰਦਾਬਾਦ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਕਹਿੰਦੇ ਵੀ ਹੈਵ ਐਡਿਕਟਡ ਆਫ ਸੱਚ ਸੱਚ, ਥੈਂਕ ਯੂ ਸੋ ਮਚ। ਔਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ ਵੀ ਖਾਲਸਾ ਜ਼ਿੰਦਾਬਾਦ ਐਂਡ ਸਿਕਸ ਫॉर ਜਸਟਿਸ ਐਂਡ ਵਨ ਥਿੰਗ ਜਸਵੀਰ ਬਰਾੜ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਸਾਰੇ ਮੁਲਕਾਂ ਵਿੱਚ ਮਤਲਬ ਸਾਰੀ ਦੁਨੀਆ ਵਿੱਚ
ਗੁਰਪਤਵੰਤ ਸਿੰਘ ਪੰਨੂ ਤੇ ਖਾਲਿਸਤਾਨ ਦੀਆਂ ਗੱਲਾਂ ਹੁੰਦੀਆਂ ਨੇ। ਇੰਡੀਅਨ ਸਟੇਟ ਦੀਆਂ ਏਜੰਸੀਆਂ ਨੂੰ ਪਤਾ ਹੈ ਕਿ ਨਵਾਂ ਦੇਸ਼ ਖਾਲਿਸਤਾਨ ਬਣਨ ਚੱਲਿਆ ਬਹੁਤ ਛੇਤੀ। ਐਂਡ ਜੇਸਨ ਜੀ ਸਾਨੂੰ $10 ਜਿਹੜੇ ਡੋਨੇਟ ਕਰਦੇ ਨੇ, ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਔਰ ਸ਼ੁਕਰੀਆ। ਅਸੀਂ ਇਹ ਵੀ ਦੱਸਦੇ ਹੀ ਹੈ ਕਿ ਆਉਣ ਵਾਲੇ ਦਿਨਾਂ 'ਚ 1-2 ਦਿਨਾਂ 'ਚ ਸਾਡੀ ਇੱਕ ਹਾਈ ਲੈਵਲ ਮੀਟਿੰਗ ਜਿਹੜੀ ਹੈ ਵਾਸ਼ਿੰਗਟਨ DC ਦੇ ਵਿੱਚ ਸਟੇਟ ਡਿਪਾਰਟਮੈਂਟ ਔਰ ਦੂਸਰੇ ਆਫੀਸ਼ੀਅਲਸ ਨਾਲ ਹੈ। ਕੱਲ੍ਹ ਦਾ ਪ੍ਰੋਗਰਾਮ ਤੇ ਅਸੀਂ ਕਰਾਂਗੇ ਜ਼ਰੂਰ, ਔਰ ਫਿਰ ਮੀਟਿੰਗ ਤੋਂ ਬਾਅਦ ਬਰੀਫ ਕਰਾਂਗੇ ਆਪਣੇ ਦਰਸ਼ਕਾਂ ਨੂੰ ਵੀ ਕਿ ਭਾਈ ਕੀ ਉਸ ਦੀ ਆਊਟਕਮ ਰਹੀ। ਔਰ ਫੇਸਬੁੱਕ ਦੇ ਉੱਤੇ ਮੁਹੰਮਦ ਅਨਵਰ, ਜਸਬੀਰ ਸਿੰਘ, ਦਵਿੰਦਰ ਸਿੰਘ, ਭੁਪਿੰਦਰ ਸਿੰਘ, ਸਿੰਘ ਹਰਮਿੰਦਰ, ਸੋਹਣ ਸਿੰਘ ਮਾਇਲ, ਰਾਜਵਿੰਦਰ ਸਿੰਘ, ਮੁਹੰਮਦ ਅਨਵਰ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ, ਖਾਲਿਸਤਾਨ ਜ਼ਿੰਦਾਬਾਦ ਕਿਹਾ ਹੈ। ਰਾਜਵਿੰਦਰ ਸਿੰਘ ਕਹਿੰਦੇ ਨੇ ਕਿ ਇਟ ਸੀਮਸ ਲਾਈਕ ਟੈਰਰਿਸਟ ਇੰਡੀਅਨ ਸਟੇਟ disintegration is coming faster than we can imagine। ਬਿਲਕੁਲ ਜੋ ਹਾਲਾਤ ਨਜ਼ਰ ਆ ਰਹੇ ਨੇ। ਦੀਪ ਸਿੰਘ ਕਹਿੰਦੇ ਨੇ ਭਾਈ ਪਰਮਜੀਤ ਸਿੰਘ ਅਕਾਲੀ ਨੇ ਹੁਣ ਇੱਕ ਕੇਸ ਫੜਿਆ ਜਿੱਥੇ ਇੱਕ ਗੁਰਦੁਆਰੇ ਦੀ ਕਮੇਟੀ ਕਾਰ ਸੇਵਾ ਦੇ ਨਾਮ ਉੱਤੇ ਲਾਟਰੀ ਡਰਾ ਕੱਢ ਰਹੇ ਹਨ। 300 ਰੁਪਏ ਦੀਆਂ ਟਿਕਟਾਂ ਵੇਚ ਕੇ ਇਨਾਮ ਵਿੱਚ ਥਾਰ ਗੱਡੀ ਆਦਿ। ਪਤਾ ਨਹੀਂ ਇਹ ਕਮੇਟੀਆਂ ਕਿੱਥੋਂ ਨਿਕਲਦੀਆਂ ਹਨ ਜੋ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਪਾ ਰਹੀਆਂ ਹਨ। ਬਹੁਤ ਚੰਗੀ ਗੱਲ ਹੈ ਲੋਕਲ ਲੈਵਲ ਦੇ ਉੱਤੇ ਜਦੋਂ ਚੈਲੰਜ ਹੁੰਦਾ ਹੈ, ਲੇਕਿਨ ਇਹ ਅਗੇਨ ਇਹ ਸਾਰੇ ਸਾਈਨ ਸਿੰਪਟਮ ਗੁਲਾਮੀ ਦੇ ਨੇ। ਬਹੁਤ ਵਾਰ ਸਾਡਾ ਚੰਗਾ ਕਈ ਵਾਰੀ ਕਾਡਰ ਵੀ ਬਹੁਤ ਹੋਰ ਚੀਜ਼ਾਂ 'ਚ ਜ਼ਿਆਦਾ ਐਨਰਜੀ ਲਾਉਂਦਾ ਹੈ। ਫੋਕਸ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਅਸੀਂ ਗੁਰਬਾਣੀ ਵਿਚਾਰ ਦੇ ਵਿੱਚ ਰਾਗ ਤੁਖਾਰੀ 'ਚ ਜਿਹੜਾ 12ਵਾਂ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਉਸ ਦੀ ਵਿਚਾਰ ਕਰ ਰਹੇ ਹਾਂ। ਅੱਜ ਕੁਦਰਤੀ ਹੋਲੇ ਮਹੱਲੇ ਦਾ ਦਿਨ ਵੀ ਹੈ। ਹਾਲਾਂ ਕਿਉਂਕਿ ਇਸ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਨਾਲ ਨਹੀਂ ਜੋੜਿਆ ਗਿਆ ਹੈ, ਇਸ ਲਈ ਇਹ 12 ਚੇਤ ਜਿਹੜਾ ਅੱਜ ਹੈ, ਲੇਕਿਨ ਇਹ ਪਹਿਲੀ ਚੇਤ ਨੂੰ ਹੀ ਇਸ ਦੀ ਸ਼ੁਰੂਆਤ ਹੋਈ ਸੀ ਹੋਲੇ ਮਹੱਲੇ ਦੀ 1700 ਈਸਵੀ ਦੇ ਵਿੱਚ। ਸੋ ਇਹ ਇੱਕ ਕੋਇਨਸੀਡੈਂਸ ਹੈ ਕਿ ਅਸੀਂ ਜਿਹੜਾ ਉਹ ਚੇਤ ਮਹੀਨੇ ਦੀ ਵਿਚਾਰ ਹੀ ਇਸ ਤੁਖਾਰੀ ਰਾਗ ਦੇ 12 ਮਾਹ ਦੇ ਵਿੱਚ ਕਰ ਰਹੇ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੂਲੇ ਮੰਝ ਬਾਰ ਮੈਂ ਫਿਰ ਘਰ ਬਹੁੜੇ। ਫਿਰ ਘਰ ਨਹੀਂ ਆਵੈ ਧਨ ਕਿਉਂ ਸੁਖ ਪਾਵੈ, ਬਿਰਹ ਵਿਰੋਧ ਤਨ ਛੀਜੈ। ਕੋਕਲ ਅੰਬ ਸੁਹਾਵੀ ਬੋਲੇ, ਕਿਉਂ ਦੁਖ ਅੰਕ ਸਹੀਜੈ। ਭਵਰ ਭਵੰਤਾ ਫੁੱਲੀ ਡਾਲੀ, ਕਿਉਂ ਜੀਵਾਂ ਮਰ ਮਾਏ। ਨਾਨਕ ਚੇਤ ਸਹਿਜ ਸੁਖ ਪਾਵੇ, ਜੇ ਹਰ ਵਾਰ ਘਰ ਧਨ ਪਾਏ। ਚੇਤ ਬਸੰਤ ਭਲਾ ਭਵਰ ਸੁਹਾਵੜੇ। ਬੇਸ਼ੱਕ ਹੁਣ ਤਾਂ ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ ਉਹਨੇ ਸਭ ਕੁਝ ਬਦਲ ਦਿੱਤਾ ਹੈ, ਲੇਕਿਨ ਅਜੇ ਵੀ ਜਦੋਂ ਅਸੀਂ ਇਹਨਾਂ ਦਿਨਾਂ ਵੱਲ ਦੇਖਦੇ ਹਾਂ, ਅਜੇ ਗਰਮੀ ਦੀ ਪੂਰੀ ਸ਼ੁਰੂਆਤ ਨਹੀਂ ਹੋਈ ਹੁੰਦੀ। ਉਹ ਤਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਜੇਠ ਹਾੜ ਤੱਪੇ ਤੇ ਸਾਵਣ ਭਾਦੋ ਵਸੇ, ਜੇਠ ਤੇ ਹਾੜ, ਔਰ ਜ਼ਾਹਰ ਹੈ ਕਿ ਜੇਠ ਹਾੜ ਜਿਹੜਾ ਹੈ ਵਿਸਾਖ ਤੋਂ ਬਾਅਦ ਹੀ ਜਾ ਕੇ ਹੁੰਦੇ ਨੇ। ਸੋ ਇਹ ਦਿਨ ਜਿਹਦੇ 'ਚ ਲੋਹੜੀ ਵੀ ਆਈ ਗਈ, ਪਾਲਾ ਉਡੰਤ ਵੀ ਹੋਇਆ, ਔਰ ਫਿਰ ਚੇਤ ਵੀ ਆਇਆ, ਬਹਾਰ ਵੀ ਹੈ, ਸਪਰਿੰਗ, ਇੱਥੇ ਵੀ ਸਪਰਿੰਗ ਬ੍ਰੇਕ ਕਹਿੰਦੇ ਨੇ, ਇਹ ਸਪਰਿੰਗ ਜਿਹੜੀ ਹੈ ਉਹ ਵੀ ਹੈ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਕਿ ਭਾਈ ਚਾਰ ਚੁਫੇਰੇ ਜਿਹੜੇ ਜਦੋਂ ਹੁਣ ਭੌਰੇ ਨੇ, ਜਦੋਂ ਬਸੰਤ ਬਹਾਰ ਹੈ, ਫੁੱਲਾਂ ਦੇ ਵਿੱਚ ਤਾਜ਼ਗੀ ਹੈ, ਨਵੇਂ ਫੁੱਲ ਨਿਕਲ ਰਹੇ ਨੇ, ਤੇ ਜਿੱਥੇ ਫੁੱਲ ਨੇ ਉੱਥੇ ਭੌਰੇ ਨੇ, ਉਹਨਾਂ ਨੇ ਵੀ ਨੈਕਟਰ ਲੈਣ ਦੇ ਲਈ ਆਉਣਾ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੂਲੇ ਮੰਝ ਬਾਰ, ਕਿ ਭਾਈ ਚਾਰ ਚੁਫੇਰੇ ਜਿਹੜੇ ਨੇ ਉਹ ਦਰਖਤ ਜਿਹੜੇ ਨੇ ਉਹ ਫਲ ਫੁੱਲ ਰਹੇ ਨੇ ਚਾਰ ਚੁਫੇਰੇ। ਮੇਰੇ ਦਰਵਾਜ਼ੇ ਦੇ ਬਾਹਰ ਵੀ ਇਹ ਸਾਰੀ ਬਹਾਰ ਹੈ। ਮੈਂ ਫਿਰ ਘਰ ਬਹੁੜੇ, ਤੇ ਮੈਂ ਇਹੀ ਚਾਹਨਾ ਕਰਦੀ ਹਾਂ, ਮੇਰੀ ਰੂਹ ਜਿਹੜੀ ਕਿ ਪਿਆਸੀ ਹੈ ਵਾਹਿਗੁਰੂ ਦੇ ਮਿਲਾਪ ਤੋਂ ਬਿਨਾਂ, ਕਿ ਕਦੋਂ ਮੇਰਾ ਪਿਆਰਾ ਘਰ ਆਏਗਾ, ਕਦੋਂ ਮੇਰਾ ਪਿਰ ਘਰ ਆਏਗਾ। ਪਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ। ਜੇ ਪਿਆਰਾ ਕੋਲ ਨਹੀਂ ਹੈ ਤੇ ਇਸਤਰੀ ਨੂੰ ਕਿਵੇਂ ਸੁਖ ਮਿਲ ਸਕਦਾ ਹੈ, ਕਿਵੇਂ ਉਸ ਨੂੰ ਖੁਸ਼ੀ ਮਿਲ ਸਕਦੀ ਹੈ। ਬਿਰਹਾ ਵਿਰੋਧ ਤਨ ਛੀਜੇ, ਕਿ ਬਿਰਹਾ ਵਿਛੋੜੇ ਦੀ ਅੱਗ ਦੇ ਨਾਲ ਤਨ ਜਿਹੜਾ ਹੈ ਉਹ ਛਿਜ ਰਿਹਾ, ਤੁਪਕਾ ਤੁਪਕਾ ਕਰਕੇ ਜਿਹੜਾ ਹੈ ਉਹ ਪੀੜ ਦੇ ਨਾਲ ਜਿਹੜਾ ਉਹ ਤਨ ਤੁਹਾਡਾ ਉਸ ਦੇ ਵਿੱਚ ਡੀਜਨਰੇਸ਼ਨ ਹੋ ਰਹੀ ਹੈ। ਛਿਜਣਾ ਜਿਹੜਾ ਹੈ ਉਹ ਅਲਟੀਮੇਟਲੀ
ਜਿਹੜਾ ਉਹ ਟੁੱਟਣਾ ਹੁੰਦਾ ਹੈ, ਕਮਜ਼ੋਰ ਹੋਣਾ ਹੁੰਦਾ ਹੈ, ਸੌਰੋ ਆਫ ਸੈਪਰੇਸ਼ਨ, ਕਿ ਕਿਵੇਂ ਪਿਰ ਘਰ ਨਹੀਂ ਆਵੇ ਤਨ ਕਿਉਂ ਸਿੱਖ ਪਾਵੇ, ਬਿਰਹਿ ਬਰੋ ਤਨ ਚੀਜੈ, ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁੱਖ ਅੰਕ ਸਹੀਜੈ। ਕਿ ਕੋਇਲ ਅੰਬ ਦੇ ਦਰਖਤਾਂ ਦੇ ਉੱਤੇ, ਹੁਣ ਨਾ ਇੱਥੇ ਅੰਬ ਹੈ ਨਾ ਕੋਇਲ ਹੈ, ਇਹ ਉਸ ਧਰਤੀ ਦੇ, ਹੁਣ ਤਾਂ ਉੱਥੇ ਵੀ ਸਭ ਕੁਝ ਪੱਧਰਾ ਕੀਤਾ ਹੋਇਆ, ਅੰਬ ਕਿੱਥੇ ਨੇ ਤਾਂ ਕੋਇਲਾਂ ਵੀ ਕਿੱਥੇ ਰਹੀਆਂ ਨੇ। ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁੱਖ ਅੰਕ ਸਹੀਜੈ, ਕਿ ਭਾਈ ਇੱਕ ਪਾਸੇ ਕੋਇਲ ਵੀ ਬਿਰਹਾ ਦੇ ਗੀਤ ਗਾ ਰਹੀ ਹੈ ਅੰਬਾਂ ਦੇ ਉੱਤੇ ਬੈਠੀ, ਅੰਬ ਦੇ ਦਰਖਤਾਂ ਦੇ ਉੱਤੇ, ਔਰ ਮੈਂ ਵੀ ਉਸ ਵਿਛੋੜੇ ਦੇ ਵਿੱਚ ਰੱਬ ਦੀ ਤੋਂ ਪਈ ਵਿੱਥ ਜਿਹੜੀ ਹੈ ਉਸ ਤੋਂ ਬਿਨਾਂ ਕਿਵੇਂ ਜਿਹੜੀ ਹੈ, ਉਸ ਨਾਲ ਮਿਲਾਪ ਤੋਂ ਬਿਨਾਂ ਕਿਵੇਂ ਸੁੱਖ ਮਿਲ ਸਕਦਾ, ਮੈਂ ਕਿਵੇਂ ਸਹਾਰਾ ਉਸ ਤਕਲੀਫ ਨੂੰ ਜੋ ਪਿਆਰੇ ਤੋਂ ਵਿਛੋੜੇ ਦੀ ਹੈ। ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾਂ ਮਰ ਮਾਏ, ਕਿ ਹੇ ਮੇਰੀ ਮਾਂ, ਹੁਣ ਮਾਂ ਜਿਹੜੀ ਹੈ ਉਹ ਹਰ ਤੁਹਾਡੇ ਦੁੱਖ ਸੁੱਖ ਦੀ ਜਾਮਨ ਹੀ ਨਹੀਂ, ਉਸ ਨੂੰ ਮਹਿਸੂਸ ਕਰਦੇ। ਇਸ ਲਈ ਮਾਂ ਦਾ ਰਿਸ਼ਤਾ ਉਹ ਹਰ ਸਮਾਜ ਦੇ ਵਿੱਚ, ਹਰ ਵਰਗ ਦੇ ਵਿੱਚ ਜਿਹੜਾ ਹੈ ਉਸ ਤੋਂ ਉੱਤਮ ਕੋਈ ਰਿਸ਼ਤਾ ਨਹੀਂ ਹੈ। ਹੁਣ ਇਸੇ ਲਈ ਰੂਹਾਨੀਅਤ ਦੀ ਦੁਨੀਆ 'ਚ ਵੀ ਜਦੋਂ ਤੁਸੀਂ ਆਪਣੇ ਅੰਦਰ ਦੀ ਗੱਲ ਵੀ ਕਹਿਣੀ ਹੈ ਤੇ ਗੁਰੂ ਸਾਹਿਬ ਨੇ ਮਾਂ ਹੀ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਂ, ਮੇਰੀ ਮਾਂ ਮੈਨੂੰ ਉਹ ਕਿਵੇਂ ਵਿਸਰ ਜਾਏ। ਸੋ ਇੱਥੇ ਵੀ ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾਂ ਮਰ ਮਾਏ, ਕਿ ਭੌਰੇ ਜਿਹੜੇ ਨੇ ਉਹ ਆਪਣੇ ਆਨੰਦ 'ਚ ਨੇ, ਹਰ ਡਾਲੀ ਜਿਹੜੀ ਆ ਉਹ ਖੁਸ਼ਬੂਆਂ ਛੱਡ ਰਹੀ ਹੈ, ਬਨ ਫਲਿਆ ਫੁੱਲਿਆ। ਹੇ ਮੇਰੀ ਮਾਂ, ਮੈਂ ਵਿਛੋੜੇ ਦੀ ਪੀੜ ਨੂੰ ਕਿਵੇਂ ਸਮਾਂ, ਮੈਂ ਆਪਣੇ ਪਿਰ ਤੋਂ ਬਿਨਾਂ, ਆਪਣੇ ਨਿਰੰਕਾਰ ਤੋਂ ਬਿਨਾਂ, ਵਾਹਿਗੁਰੂ ਨਾਲ ਮਿਲਾਪ ਤੋਂ ਬਿਨਾਂ ਕਿਵੇਂ ਜੀਵਾਂ। ਨਾਨਕ ਚੇਤ ਸਹਿਜ ਸੁਖ ਪਾਵੇ, ਜੇ ਹਰ ਵਾਰ ਘਰ ਧਨ ਪਾਏ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਚੇਤ ਦੇ ਮਹੀਨੇ ਦੇ ਵਿੱਚ ਉਹ ਸਹਿਜ ਦਾ ਸੁੱਖ ਨਸੀਬ ਹੋਏਗਾ ਜੇ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੋਏਗਾ। ਜਦੋਂ ਮਿਲਾਪ ਹੋਏਗਾ ਫਿਰ ਤੁਸੀਂ ਸਹਿਜ ਦੇ ਵਿੱਚ ਆਉਂਦੇ ਹੋ, ਆਨੰਦ ਦੇ ਵਿੱਚ ਆਉਂਦੇ ਹੋ, ਠਹਿਰਾਵ ਦੇ ਵਿੱਚ ਆਉਂਦੇ ਹੋ। ਫਿਰ ਤੁਹਾਡੀ ਮਾਨਸਿਕ ਅਵਸਥਾ ਇਹੀ ਬਣਦੀ ਹੈ, ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਚਾਰਾਂ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਅਮਰਜ ਸਾਨੂੰ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।